ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਇੰਪੋਰਟੈਂਸ ਆਫ ਐਨ ਆਫਿਸ ਕਰ ਰਹੇ ਸੀ, ਜਿਹਦੇ ਕਿ ਆਪਾਂ 15 ਇੰਪੋਰਟੈਂਸਿਸ ਕਰ ਲਈਆਂ ਸੀ। ਹੁਣ ਆਪਾਂ 16 ਇੰਪੋਰਟੈਂਸ ਤੇ ਇੰਪੋਰਟੈਂਸ ਫॉर ਕ੍ਰੈਡੀਟਰਸ। ਠੀਕ ਹੈ ਕਿ ਜਿਹੜਾ ਆਫਿਸ ਆ ਜਾਂ ਆਫਿਸ ਆ ਉਹ ਕਿਹਦੇ ਲਈ ਕਿਹਨਾਂ ਲਈ ਇੰਪੋਰਟੈਂਟ ਆ, ਹੋਰ ਕਿਹਨਾਂ ਲਈ ਇੰਪੋਰਟੈਂਟ ਆ, ਕ੍ਰੈਡੀਟਰਸ। ਕ੍ਰੈਡੀਟਰਸ ਮੈਂ ਤੁਹਾਨੂੰ ਅਕਾਊਂਟ 'ਚ ਸਮਝਾਇਆ ਸੀ ਨਾ, ਕ੍ਰੈਡੀਟਰਸ ਉਹ ਹੁੰਦੇ ਆ ਜਿਨ੍ਹਾਂ ਕੋਲ ਬਿਜ਼ਨਸ ਦੇ ਉਧਾਰ ਲਿਆ ਹੁੰਦੀਆਂ ਚੀਜ਼ਾਂ। ਠੀਕ ਹੈ, ਬਿਜ਼ਨਸ ਨੇ ਉਹਨਾਂ ਨੂੰ ਪੈਸਾ ਦੇਣਾ ਹੁੰਦਾ, ਬਟ ਉਹਨਾਂ ਕੋਲ ਉਧਾਰ 'ਤੇ ਚੀਜ਼ਾਂ ਲੈ ਲਿਆ ਹੁੰਦੀਆਂ। ਆਫਿਸ ਪ੍ਰੋਵਾਈਡਸ ਇਨਫੋਰਮੇਸ਼ਨ ਟੂ ਦ ਕ੍ਰੈਡੀਟਰਸ ਰਿਗਾਰਡਿੰਗ ਪੇਮੈਂਟ ਆਫ ਇੰਟਰਸਟ ਸੈਕਟਰ। ਦ ਆਫਿਸ ਅਟੈਂਡਸ ਟੂ ਦ ਇਨਕੁਆਇਰੀਜ਼ ਆਫ ਕ੍ਰੈਡੀਟਰਸ। ਕਹਿੰਦੇ ਕਿ ਆਫਿਸ ਦੀ ਡਿਊਟੀ ਆ ਕਿ ਉਹ ਕ੍ਰੈਡੀਟਰਸ ਨੂੰ ਦੱਸਦਾ ਕਿ ਅਸੀਂ ਤੁਹਾਨੂੰ ਕਦੋਂ ਪੈਸਾ ਦੇਵਾਂਗੇ, ਕਿੰਨਾ ਦੇਵਾਂਗੇ, ਐਂਡ ਉਹਦੇ ਉੱਤੇ ਕਿੰਨਾ ਇੰਟਰਸਟ ਦੇਵਾਂਗੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਤੇ ਐਂਡ ਜੇ ਕੋਈ ਪ੍ਰੋਬਲਮ ਆ ਕ੍ਰੈਡੀਟਰਸ ਨੂੰ ਕਿ ਉਹਨਾਂ ਨੂੰ ਜ਼ਰੂਰੀ ਪੈਸਾ ਚਾਹੀਦਾ ਤਾਂ ਉਹ ਵੀ ਕੌਣ ਅਰੇਂਜ ਕਰੂਗਾ, ਆਫਿਸ ਹੀ ਕਰੂਗਾ। ਠੀਕ ਹੈ ਜੀ ਬੱਚੇ। ਪ੍ਰੋਫਿਟ ਸੈਂਟਰ ਬੱਚੇ ਓਬਵੀਅਸਲੀ ਆਫਿਸ ਨੂੰ ਕੀ ਮੰਨਿਆ ਜਾਂਦਾ, ਪ੍ਰੋਫਿਟ ਸੈਂਟਰ। ਕਿਉਂ ਮੰਨਿਆ ਜਾਂਦਾ ਆਫਿਸ ਨੂੰ ਪ੍ਰੋਫਿਟ ਸੈਂਟਰ? ਇਸ ਕਰਕੇ ਮੰਨਿਆ ਜਾਂਦਾ ਕਿ ਕਹਿੰਦੇ ਕਿ ਆਫਿਸ ਤੋਂ ਹੀ ਇਹ ਸ਼ੁਰੂਆਤ ਕਰਦੇ ਕਿ ਆਪਾਂ ਕਿਹੜਾ ਪ੍ਰੋਡਕਟ ਬਣਾਉਣਾ ਚਾਹੀਦਾ ਜਿਹਦੇ ਵਿੱਚ ਆਪਾਂ ਨੂੰ ਘੱਟ ਤੋਂ ਘੱਟ ਕੀ ਲੱਗੇ, ਕਾਸਟ ਲੱਗੇ। ਜਦੋਂ ਬੱਚੇ ਘੱਟ ਤੋਂ ਘੱਟ ਕਾਸਟ ਲੱਗੂਗੀ ਤਾਂ ਓਬਵੀਅਸਲੀ ਜੇ ਜਿੰਨੀ ਕਾਸਟ ਘੱਟ ਹੋਊਗੀ ਉਹਨਾਂ ਤੁਹਾਡਾ ਪ੍ਰੋਫਿਟ ਕੀ ਹੋਊਗਾ, ਵੱਧ ਹੋਊਗਾ। ਐਂਡ ਇਹ ਸਾਰੀਆਂ ਚੀਜ਼ਾਂ ਕਿੰਨੇ ਸੋਚਣੀਆਂ ਹੁੰਦੀਆਂ, ਆਫਿਸ ਨੇ ਸੋਚਣੀਆਂ ਹੁੰਦੀਆਂ। ਠੀਕ ਹੈ, ਰੀਸੈਂਟਲੀ ਆਫਿਸ ਇਜ਼ ਟ੍ਰੀਟਡ ਐਜ਼ ਅ ਕੰਟਰੀਬਿਊਟਰ ਟੂਵਰਡਸ ਪ੍ਰੋਫਿਟ ਥਰੂ ਇਨਡਾਇਰੈਕਟਲੀ। ਆਫਿਸ ਵਰਕ ਇਜ਼ ਪ੍ਰੋਡਕਟਿਵ ਇਨ ਨੇਚਰ ਐਂਡ ਪਰਫੋਰਮੈਂਸ ਆਫ ਐਨ ਆਫਿਸ ਵਰਕਰ ਕੈਨ ਬੀ ਮੇਜ਼ਰਡ। ਆਫਿਸ ਹੈਲਪਸ ਇਨ ਸੇਵਿੰਗ ਕਾਸਟ। ਉਹੀ ਗੱਲ ਹੋ ਗਈ ਨਾ ਕਿ ਆਫਿਸ ਦੇ ਵਿੱਚ ਕਹਿੰਦੇ ਕਿ ਆਫਿਸ ਵਾਲੇ ਇਹ ਸੋਚਦੇ ਕਿ ਕਾਸਟ ਕਿੱਦਾਂ ਘਟਾਈਏ ਤਾਂ ਜੋ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ। ਠੀਕ ਹੈ, ਐਂਡ ਰਿਡਕਸ਼ਨ ਇਨ ਕਾਸਟ ਇਜ਼ ਨਥਿੰਗ ਬਟ ਏ ਕੰਟਰੀਬਿਊਸ਼ਨ ਟੂਵਰਡਸ ਪ੍ਰੋਫਿਟ। ਕਹਿੰਦੇ ਕਿ ਜਿੰਨੀ ਤੁਸੀਂ ਰਿਡਕਸ਼ਨ ਕਰੀ ਜਾਓਗੇ ਕਾਸਟ ਦੇ ਵਿੱਚ ਉਹਨਾਂ ਤੁਹਾਨੂੰ ਕੀ ਹੋਊਗਾ, ਪ੍ਰੋਫਿਟ ਜ਼ਿਆਦਾ ਹੋਊਗਾ। ਸੋ ਆਫਿਸ ਕੈਨ ਬੀ ਕੰਸੀਡਰਡ ਐਜ਼ ਅ ਪ੍ਰੋਫਿਟ ਸੈਂਟਰ ਲਾਈਕ ਪ੍ਰੋਡਕਸ਼ਨ ਐਂਡ ਸੇਲਸ ਡਿਪਾਰਟਮੈਂਟ। ਠੀਕ ਹੈ, ਹੈਲਪਸ ਟੂ ਕੰਟਰੋਲ ਦ ਬਿਜ਼ਨਸ ਆਪਰੇਸ਼ਨਸ। ਦ ਕੰਟਰੋਲ ਫੰਕਸ਼ਨਸ ਆਫ ਮੈਨੇਜਮੈਂਟ ਇਨਵੋਲਵਸ। ਕਹਿੰਦੇ ਕਿ ਆਫਿਸ ਇੱਕ ਇੱਦਾਂ ਦਾ ਚੀਜ਼ ਆ ਜਿਹੜਾ ਕੰਟਰੋਲ ਕਰਦਾ ਵਾ ਬਿਜ਼ਨਸ ਦੇ ਆਪਰੇਸ਼ਨਸ ਨੂੰ। ਆਫਿਸ ਹੀ ਸਭ ਕੁਝ ਕੰਟਰੋਲ ਕਰਦਾ। ਸੋ ਆਫਿਸ ਇੱਕ ਕੰਟਰੋਲ ਸੈਂਟਰ ਵੀ ਆ। ਕਹਿੰਦੇ ਫਸਟ ਆਫ ਆਲ ਉਹੀ ਗੱਲ ਹੋ ਗਈ ਜਿਹੜਾ ਆਪਾਂ ਕੰਟਰੋਲਿੰਗ 'ਚ ਨਹੀਂ ਪੜ੍ਹਿਆ ਸੀ। ਕੰਟਰੋਲਿੰਗ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਤੁਸੀਂ ਇਹਦੇ ਵਿੱਚ ਸੈਕਿੰਡ ਚੈਪਟਰ ਦੇ ਵਿੱਚ ਪੜ੍ਹਿਆ ਸੀ ਨਾ ਕੰਟਰੋਲਿੰਗ ਕੀ ਹੁੰਦੀ। ਪਹਿਲਾਂ ਬਿਜ਼ਨਸਮੈਨ ਨੇ ਕੀ ਬਣਾਏ, ਸਟੈਂਡਰਡਸ ਬਣਾਏ। ਠੀਕ ਹੈ ਨਾ, ਆਫਿਸ ਸਟੈਂਡਰਡਸ ਬਣਾਏਗੀ ਮੈਂ 100 ਯੂਨਿਟ ਬਣਾਉਣੇ ਆ। ਠੀਕ ਹੈ, ਕੀ ਸਟੈਂਡਰਡ ਬਣਾਏਗੀ ਮੈਂ 100 ਯੂਨਿਟਸ ਬਣਾਉਣੀ। ਉਸ ਤੋਂ ਬਾਅਦ ਮੈਰਿੰਗ ਦਾ ਐਕਚੁਅਲ ਪਰਫੋਰਮੈਂਸ ਐਟ ਰੈਗੂਲਰ ਇੰਟਰਵਲਸ। ਐਕਚੁਅਲ ਪਰਫੋਰਮੈਂਸ ਕਿੰਨੀ ਬਣੀ, 80। ਠੀਕ ਹੈ, 100 ਸੋਚਿਆ ਸੀ ਬਟ ਬਣੇ ਕਿੰਨੇ, ਐਕਚੁਅਲ 80 ਯੂਨਿਟਸ। ਕੰਪੇਅਰ ਕੀਤਾ 100 ਮਾਈਨਸ 80 ਕਿੰਨੇ ਦਾ ਡਿਫਰੈਂਸ ਆਇਆ, 20 ਦਾ ਡਿਫਰੈਂਸ ਆਇਆ। ਅਤੇ ਡੇਵੀਏਸ਼ਨਸ ਦਾ ਮਤਲਬ ਕਿੰਨਾ ਡਿਫਰੈਂਸ ਆਇਆ। ਜਿੰਨਾ ਡਿਫਰੈਂਸ ਆਇਆ ਵਾ ਉਹ ਤੁਸੀਂ ਉਹਨੂੰ ਕਰੈਕਟ ਕਰੋਗੇ ਕਿ ਅਗਲੀ ਵਾਰੀ ਇਹ ਡਿਫਰੈਂਸ ਨਹੀਂ ਹੋਣਾ ਚਾਹੀਦਾ, ਅਗਲੀ ਵਾਰੀ 100 ਤੋਂ ਵੱਧ ਪ੍ਰੋਡਕਟ ਬਣਨੇ ਚਾਹੀਦੇ। ਠੀਕ ਹੈ, ਕੰਟਰੋਲਿੰਗ ਮੈਂ ਤੁਹਾਨੂੰ ਸੈਕਿੰਡ ਚੈਪਟਰ 'ਚ ਕਰਵਾਇਆ ਸੀ। ਐਂਡ ਲਾਸਟ ਵਨ ਇਜ਼ ਦੈਟ ਮੇਕਸ ਐਂਡ ਰਿਸੀਵਸ ਪੇਮੈਂਟ ਇਨ ਟਾਈਮ। ਕਹਿੰਦੇ ਆ ਕਿ ਇੱਕ ਆਫਿਸ ਦੀ ਹੀ ਇਹ ਡਿਊਟੀ ਆ ਕਿ ਉਹ ਟਾਈਮ 'ਤੇ ਪੇਮੈਂਟ ਲੋਕਾਂ ਕੋਲ ਲੈਂਦਾ ਵਾ, ਆਪਣੇ ਕਸਟਮਰਸ ਕੋਲੋਂ ਪੇਮੈਂਟ ਲੈਂਦਾ ਵਾ। ਐਂਡ ਪੇਮੈਂਟ ਦਿੰਦਾ ਕਿਹਨਾਂ ਨੂੰ ਬੱਚੇ, ਲੈਣੀ ਉਹਨੇ ਕਿਹਦੇ ਕੋਲ ਆ, ਕਸਟਮਰਸ ਕੋਲੋਂ। ਐਂਡ ਦੇਣੇ ਕਿਹਨੂੰ ਆ ਪੈਸੇ, ਉਹਨੇ ਕ੍ਰੈਡੀਟਰਸ ਨੂੰ। ਹੈ ਨਾ, ਕਿ ਜੇ ਕ੍ਰੈਡੀਟਰਸ ਕੋਲ ਉਧਾਰ ਲਿਆ ਵਾ ਤਾਂ ਕਿਹਨੂੰ ਪੈਸਾ ਦਊਗਾ, ਉਹ ਕ੍ਰੈਡੀਟਰਸ ਨੂੰ ਦਊਗਾ। ਅਤੇ ਕਸਟਮਰਸ ਕੋਲ ਪੈਸਾ ਲਊਗਾ ਜੇ ਉਹਨੂੰ ਆਫਿਸ 'ਚ ਜ਼ਰੂਰਤ ਹੈ, ਕਿਉਂਕਿ ਬੱਚੇ ਉਹਨੇ ਆਪਣਾ ਪ੍ਰੋਫਿਟ ਤਾਂ ਦਿਖਣਾ ਹੀ ਦਿਖਣਾ ਨਾ। ਕਹਿੰਦੇ ਕਿ ਇਟ ਹੈਲਪਸ ਦ ਫਾਈਨਾਂਸ ਐਂਡ ਸੇਲਸ ਡਿਪਾਰਟਮੈਂਟ ਡੂਇੰਗ ਦਿਸ ਜੋਬਸ। ਇਟ ਮੇਕਸ ਦ ਪੇਮੈਂਟ ਟੂ ਸਪਲਾਇਰਸ। ਉਹੀ ਗੱਲ ਹੋ ਗਈ ਨਾ ਕਿ ਜਿੰਨਾ ਕੋਲ ਸਮਾਨ ਲਿਆ ਉਹਨਾਂ ਨੂੰ ਪੇਮੈਂਟ ਕਰਦਾ ਇਨ ਟਾਈਮ ਥਰੂ ਫਾਈਨਾਂਸ ਡਿਪਾਰਟਮੈਂਟ। ਇਟ ਆਲਸੋ ਕਲੈਕਟਸ ਦ ਓਲਡ ਡੈਟਸ ਟਰਾਈਂਗ ਵਿਦਾਊਟ ਪਾਰਟਿੰਗ ਵਿਦ ਦਿਸ ਕਸਟਮਰਸ। ਕਹਿੰਦਾ ਕਿ ਜਿਹੜਾ ਪੁਰਾਣਾ ਤੁਹਾਡਾ ਪੈਸਾ ਵਾ, ਜਿਹੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਤੁਹਾਨੂੰ ਪੈਸਾ ਨਹੀਂ ਰਿਕਵਰ ਹੁੰਦਾ, ਜਿਹਦਾ ਕਸਟਮਰ ਕੋਈ ਪੈਸਾ ਨਹੀਂ ਦੇਣ ਦਿਆ, ਕਹਿੰਦੇ ਉਹ ਵੀ ਰਿਕਵਰ ਕਰਦਾ। ਰਿਕਵਰ ਮਤਲਬ ਬਾਰ-ਬਾਰ ਕਸਟਮਰਸ ਨੂੰ ਇਨਫੋਰਮ ਕਰਦਾ ਕਿ ਸਾਨੂੰ ਪੈਸਾ ਸਾਡਾ ਪੇ ਕਰੋ। ਠੀਕ ਹੈ, ਸੋ ਕਹਿੰਦਾ ਇਹ ਸਾਰਾ ਕੁਝ ਕਿੰਨੇ ਹੈਂਡਲ ਕਰਨਾ ਵਾ, ਆਫਿਸਿਸ ਕੀ ਕਹਿੰਦੇ ਬਿਜ਼ਨਸ ਦਾ, ਉਹ ਕਿੰਨੇ ਹੈਂਡਲ ਕਰਨਾ, ਆਫਿਸ ਨੇ ਕਰਨਾ। ਸੋ ਇਹ ਬੱਚੇ 19 ਇੰਪੋਰਟੈਂਸਿਸ ਆਫ ਆਫਿਸ ਆ। ਇੱਕ ਇੰਪੋਰਟੈਂਟ ਕੁਐਸਚਨ ਆ, ਤੁਹਾਨੂੰ 4 ਮਾਰਕਸ 'ਚ ਵੀ ਆ ਸਕਦਾ ਵਾ, 6 ਮਾਰਕਸ 'ਚ ਵੀ ਆ ਸਕਦਾ ਵਾ। ਸੋ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਵਾ। ਅਤੇ ਹੈਗੇ ਸਾਰੇ ਸਿੰਪਲ ਜਿਹੇ, ਮੈਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਡਿਟੇਲ 'ਚ ਸਮਝਾਤਾ। ਐਂਡ ਇਹ ਤੁਹਾਨੂੰ ਜੇ ਕਿਤੇ ਪ੍ਰੋਬਲਮ ਲੱਗਦੀ ਆ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਜੋ। ਸੈਕਿੰਡ ਥਿੰਗ ਇਜ਼ ਦੈਟ ਕਿ ਇਹਦੇ ਵਿੱਚ MOP ਦੇ ਵਿੱਚ ਤੁਹਾਨੂੰ ਮੈਕਸੀਮਮ ਡਾਇਗਰਾਮਸ ਜਿੰਨੀਆਂ ਬਣਾਓਗੇ ਉਨਾ ਹੀ ਤੁਹਾਡੇ ਲਈ ਬੈਨੀਫੀਸ਼ੀਅਲ ਹੋਊਗਾ। ਕਿਉਂਕਿ ਡਾਇਗਰਾਮ ਦੇ ਨਾਲ ਤੁਹਾਡਾ ਪੇਪਰ ਕੀ ਲੱਗਣਾ ਸ਼ੁਰੂ ਹੋ ਜਾਂਦਾ, ਅਟਰੈਕਟਿਵ ਲੱਗਣਾ ਸ਼ੁਰੂ ਹੋ ਜਾਂਦਾ। ਐਂਡ ਜਦੋਂ ਕੋਈ ਚੀਜ਼ ਅਟਰੈਕਟਿਵ ਲੱਗਦੀ ਹੈ ਤਾਂ ਓਬਵੀਅਸਲੀ ਤੁਹਾਨੂੰ ਉਹਦੇ ਮਾਰਕਸ ਵੱਧ ਮਿਲਦੇ ਆ। ਠੀਕ ਹੈ ਬੱਚੇ, ਦੈਟਸ ਆਲ ਫॉर ਟੂਡੇ। ਆਪਾਂ ਇਸ ਤੋਂ ਬਾਅਦ ਆਪਾਂ ਨਿਊ ਚੈਪਟਰ ਕਰਾਂਗੇ, ਉਹ ਕਿਹੜਾ ਵਾ, ਆਫਿਸ ਮੈਨੇਜਮੈਂਟ, ਦੈਟ ਇਜ਼ 4th ਚੈਪਟਰ।